ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਗਿਲਸ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ ਤੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੀ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ ਤੇ ਇਹਦਾ 4th ਲੈਕਚਰ ਹੈ ਅੱਜ। ਇਹ ਤੁਹਾਡੇ ਆਉਣ ਵਾਲੇ ਸਾਰੇ ਗਵਰਨਮੈਂਟ ਐਗਜ਼ਾਮਸ ਲਈ ਬੜੀ ਯੂਜ਼ਫੁਲ ਰਹੇਗੀ, ਜਿੱਦਾਂ ਕਿ ਮਾਰਕਫੈਟ, ਪੀਐਸਬੀਈ ਕਲਰਕ, ਰੇਲਵੇ, ਐਨਟੀਪੀਸੀ, ਐਸਐਸਸੀ। ਅੱਜ ਦੇ ਕੁਐਸਚਨ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਅੱਜ ਦਾ ਪਹਿਲਾ ਕੁਐਸਚਨ ਹੈਗਾ ਵਾ, citizenship are mentioned in which part of the constitution and mention the article related to it। ਆਪਣੇ ਸਿਟੀਜ਼ਨਸ਼ਿਪ ਆਪਾਂ ਨੂੰ ਮਿਲਦੀ ਹੈ ਇੰਡੀਆ ਦੀ, ਇੰਡੀਅਨ ਸਿਟੀਜ਼ਨਸ਼ਿਪ ਆਪਾਂ ਕਹਿੰਦੇ ਹਾਂ, ਉਹ ਕਿਹੜੇ ਪਾਰਟ ਵਿੱਚ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਲਿਖੀ ਗਈ ਹੈ ਤੇ ਉਹਦਾ ਕਿਹੜਾ ਆਰਟੀਕਲ ਹੈਗਾ ਵਾ। ਹਾਂਜੀ, ਕਿਸੇ ਨੂੰ ਇਹਦਾ ਆਨਸਰ ਪਤਾ ਹੈ ਦੱਸੋ। ਇਹਦਾ ਆਨਸਰ ਹੈ ਪਾਰਟ 2 ਆਰਟੀਕਲ 5 to 11। ਕੀ ਆਨਸਰ ਹੈ ਇਹਦਾ? ਪਾਰਟ 2 ਆਰਟੀਕਲ 5 to 11। ਆਪਣੇ ਸਾਨੂੰ ਕੌਨਸਟੀਟਿਊਸ਼ਨ ਦੇ ਪਤਾ ਕਿੰਨੇ ਪਾਰਟ ਹੈਗੇ ਨੇ ਆਪਣੇ ਕੌਨਸਟੀਟਿਊਸ਼ਨ ਦੇ? ਆਪਣੇ ਕੌਨਸਟੀਟਿਊਸ਼ਨ ਦੇ ਟੋਟਲ ਨੇ 25 ਪਾਰਟਸ ਨੇ। ਉਹਦੇ ਵਿੱਚੋਂ ਜਿਹੜਾ ਸੈਕਿੰਡ ਪਾਰਟ ਹੈ ਉਹ ਕਿਹਦੇ ਲਈ ਹੈਗਾ ਵਾ? ਸਿਟੀਜ਼ਨਸ਼ਿਪ ਲਈ। ਤੇ ਉਹਦੇ ਵਿੱਚ ਕਿੰਨੇ ਆਰਟੀਕਲਸ ਨੇ? 5th ਆਰਟੀਕਲ ਤੋਂ ਲੈ ਕੇ 11th ਆਰਟੀਕਲ ਤੱਕ ਕਿਹਨੂੰ ਕਰਦੇ ਨੇ? ਸਿਟੀਜ਼ਨਸ਼ਿਪ ਨੂੰ ਦੱਸਦੇ ਨੇ। ਠੀਕ ਹੈ, ਅੱਜ ਦਾ ਅਗਲਾ ਕੁਐਸਚਨ, ਬਾਈ ਵਿਚ ਮੈਥਡ ਦ ਇੰਡੀਅਨ ਸਿਟੀਜ਼ਨਸ਼ਿਪ ਕੈਨ ਬੀ ਐਕਵਾਇਰਡ। ਮਤਲਬ ਕਿਹੜਾ ਮੈਥਡ ਹੈ ਜਿਹਦੇ ਨਾਲ ਆਪਾਂ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਸਕਦੇ ਹਾਂ। ਠੀਕ ਹੈ, ਇਹਦਾ ਆਨਸਰ ਕੀ ਹੋ ਸਕਦਾ ਦੱਸੋ। ਇਹਦਾ ਆਨਸਰ ਹੈ all of the above। ਕੀ ਆਨਸਰ ਹੈ? all of the above। ਹੁਣ ਤੁਸੀਂ ਇਹਦੇ ਵਿੱਚ ਕਈ ਵਾਰੀ ਕਨਫਿਊਜ਼ ਹੋ ਜਾਓਗੇ ਕਿ ਇਹ ਰਿਫਿਊਜੀ ਹੂ ਹੈਜ਼ ਮਾਈਗ੍ਰੇਟਿਡ ਟੂ ਇੰਡੀਆ ਫਰੋਮ ਪਾਕਿਸਤਾਨ, ਇਹ ਹੋ ਸਕਦਾ ਮੈਥਡ ਕਿ ਨਹੀਂ। ਇਹ ਜਿਹੜਾ ਆਪਸ਼ਨ ਪਾਇਆ ਗਿਆ ਨਾ, ਇਹ ਕਨਫਿਊਜ਼ ਕਰਨ ਲਈ ਆਪਸ਼ਨ ਪਾਇਆ ਗਿਆ। ਇੱਦਾਂ ਹੋ ਸਕਦਾ ਕਿੱਦਾਂ? ਜਿਹੜੇ ਆਪਣੇ ਕੀ ਹੈ ਕੌਨਸਟੀਟਿਊਸ਼ਨ ਆਰਟੀਕਲ 6 ਹੈ, ਤੁਹਾਨੂੰ ਮੈਂ ਕੀ ਦੱਸਿਆ ਸਿਟੀਜ਼ਨਸ਼ਿਪ ਦਾ ਕੀ ਹੈ ਪਾਰਟ 5 ਆਰਟੀਕਲ 5 to 11 ਪਾਰਟ ਕੀ ਹੈ? 2 ਪਾਰਟ ਹੈ ਇਹ ਵਿੱਚ। ਜਿਹੜਾ ਉਹਦੇ ਵਿੱਚ ਆਰਟੀਕਲ 6 ਹੈ ਉਹ ਕੀ ਕਹਿੰਦਾ ਵਾ ਆਪਾਂ ਨੂੰ? ਆਰਟੀਕਲ 6 ਕਹਿੰਦਾ ਜਿਹੜੇ ਬੰਦੇ ਪਾਕਿਸਤਾਨ ਤੋਂ ਇੰਡੀਆ ਮਾਈਗ੍ਰੇਟ ਹੋਏ ਸੀ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ। ਕਦੋਂ? ਜਾਂ ਉਹ 6 months ਹੋ ਗਏ ਹੋਣ ਇੰਡੀਆ ਦੇ ਵਿੱਚ ਉਹਨਾਂ ਨੂੰ ਰਹਿੰਦੇ ਹੋਏ, ਜਦੋਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਈ ਸੀ ਸਿਟੀਜ਼ਨਸ਼ਿਪ ਲਈ। ਉਹਨਾਂ ਨੇ ਕੋਈ ਸਿਟੀਜ਼ਨਸ਼ਿਪ ਲਈ ਆਪਣੀ ਰਜਿਸਟ੍ਰੇਸ਼ਨ ਕੀਤੀ ਤੇ ਉਹਨਾਂ ਨੂੰ ਇੰਡੀਆ ਰਹਿੰਦੇ ਹੋਏ 6 months ਹੋ ਚੁੱਕੇ ਹੋਣ। ਠੀਕ ਹੈ, ਉਦੋਂ ਆਪਾਂ ਕੀ ਕਰ ਸਕਦੇ ਹਾਂ? ਸਿਟੀਜ਼ਨਸ਼ਿਪ ਐਕਵਾਇਰ ਕਰ ਸਕਦੇ ਉਹ ਵਾਲੇ ਲੋਕ ਜਿਹੜੇ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਸੀ। ਠੀਕ ਹੈ, ਲੱਗ ਗਈ ਸਮਝ ਸਾਰਿਆਂ ਨੂੰ। ਅੱਜ ਦਾ ਅਗਲਾ ਕੁਐਸਚਨ, ਦ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਪ੍ਰੋਵਾਈਡਡ ਫੋਰ। ਮਤਲਬ ਕਿ ਇੰਡੀਅਨ ਕੌਨਸਟੀਟਿਊਸ਼ਨ ਸਾਨੂੰ ਸਿੰਗਲ ਸਿਟੀਜ਼ਨਸ਼ਿਪ ਦਿੰਦਾ ਹੈ, ਮਲਟੀਪਲ ਸਿਟੀਜ਼ਨਸ਼ਿਪ, ਡਬਲ ਸਿਟੀਜ਼ਨਸ਼ਿਪ ਤੇ ਕਿ ਕੋਈ ਵੀ ਨਹੀਂ। ਸਾਨੂੰ ਕਿਹੜੀ ਸਿਟੀਜ਼ਨਸ਼ਿਪ ਮਿਲਦੀ ਹੈ? ਹਾਂਜੀ, ਪਤਾ ਹੈ ਕਿਸੇ ਨੂੰ? ਸਾਨੂੰ ਮਿਲਦੀ ਹੈ ਸਿੰਗਲ ਸਿਟੀਜ਼ਨਸ਼ਿਪ। ਡਬਲ ਸਿਟੀਜ਼ਨਸ਼ਿਪ ਕਿਹੜੀ ਕੰਟਰੀ ਦਿੰਦਾ ਹੈ? ਡਬਲ ਸਿਟੀਜ਼ਨਸ਼ਿਪ ਦਿੰਦਾ ਹੈ USA। ਡਬਲ ਸਿਟੀਜ਼ਨਸ਼ਿਪ ਦਾ ਮਤਲਬ ਕੀ ਹੋਇਆ? ਮਤਲਬ ਜਿਵੇਂ ਆਪਣੀ ਇੰਡੀਆ ਉਹਦੇ ਵਿੱਚ ਕੀ ਹੈ, ਅਲੱਗ-ਅਲੱਗ ਸਟੇਟਸ ਨੇ। ਠੀਕ ਹੈ, ਅਲੱਗ-ਅਲੱਗ ਸਟੇਟਸ ਹੈ, ਪਰ ਇਹ ਤਾਂ ਨਹੀਂ ਹੈ ਕਿ ਸਾਨੂੰ ਪੰਜਾਬ ਦੀ ਅਲੱਗ ਸਿਟੀਜ਼ਨਸ਼ਿਪ ਮਿਲੀ ਹੋਈ ਤੇ ਇੰਡੀਆ ਦੀ ਅਲੱਗ। ਸਾਡੇ ਕੋਲ ਸਿਰਫ ਇੱਕੋ ਸਿਟੀਜ਼ਨਸ਼ਿਪ ਹੁੰਦੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਇੰਡੀਅਨ ਸਿਟੀਜ਼ਨਸ਼ਿਪ। USA ਦੇ ਵਿੱਚ ਕੀ ਹੈ? ਸਟੇਟ ਦੀ ਆਪਣੀ ਸਿਟੀਜ਼ਨਸ਼ਿਪ ਹੁੰਦੀ ਹੈ ਤੇ USA ਜਿਵੇਂ ਕੰਟਰੀ ਦੀ ਉਹਦੀ ਅਲੱਗ ਸਿਟੀਜ਼ਨਸ਼ਿਪ। ਮਤਲਬ ਇੱਕ ਬੰਦੇ ਕੋਲ 2 ਸਿਟੀਜ਼ਨਸ਼ਿਪ ਹੁੰਦੀਆਂ ਨੇ, ਸਟੇਟ ਸਿਟੀਜ਼ਨਸ਼ਿਪ ਤੇ ਕੰਟਰੀ ਸਿਟੀਜ਼ਨਸ਼ਿਪ। ਠੀਕ ਹੈ, ਲੱਗ ਗਈ ਸਮਝ? ਮਤਲਬ ਪਤਾ ਲੱਗ ਗਿਆ ਸਿੰਗਲ ਸਿਟੀਜ਼ਨਸ਼ਿਪ ਤੇ ਡਬਲ ਸਿਟੀਜ਼ਨਸ਼ਿਪ ਦਾ ਕੀ ਹੈ। ਇਹ ਕਈ ਵਾਰੀ ਡਬਲ ਸਿਟੀਜ਼ਨਸ਼ਿਪ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ। ਕਿਹੜੀ ਕੰਟਰੀ ਹੁੰਦੀ ਹੈ? USA। ਐਗਜ਼ਾਮਪਲ ਯਾਦ ਰੱਖਣਾ ਆਪਾਂ, USA। ਵਿਚ ਆਫ ਦ ਫੋਲੋਇੰਗ ਇਜ਼ ਅ ਕੰਡੀਸ਼ਨ ਆਫ ਬਿਕਮਿੰਗ ਅ ਸਿਟੀਜ਼ਨ ਆਫ ਇੰਡੀਆ। ਮਤਲਬ ਅਗਰ ਕਿਸੇ ਨੇ ਇੰਡੀਆ ਦਾ ਸਿਟੀਜ਼ਨ ਬਣਨਾ ਹੈ ਤੇ ਉਹਦੇ ਲਈ ਕੀ ਕੰਡੀਸ਼ਨ ਕੀ ਹੋਣੀ ਚਾਹੀਦੀ ਹੈ? ਕੀ ਕੰਡੀਸ਼ਨ ਹੋਣੀ ਚਾਹੀਦੀ ਹੈ ਦੱਸੋ? ਕੀ ਹੋ ਸਕਦਾ ਹੈ? ਬਾਈ ਬਰਥ ਮਿਲ ਸਕਦੀ ਸਿਟੀਜ਼ਨਸ਼ਿਪ? ਹਾਂਜੀ, ਮਿਲ ਸਕਦੀ ਹੈ। ਚਾਹੇ ਸਾਡਾ ਇੱਕ ਪੇਰੈਂਟ ਕੋਲੋਂ ਕਿਉਂ ਨਾ ਹੋਵੇ ਇੰਡੀਅਨ ਸਿਟੀਜ਼ਨਸ਼ਿਪ, ਤਾਂ ਵੀ ਸਾਨੂੰ ਮਿਲ ਜਾਏਗੀ। ਬਾਈ ਡੀਸੈਂਟ ਮਤਲਬ ਪੁਰਖਾਂ ਦੇ ਥਰੂ ਆ ਰਹੀ ਹੈ। ਅਗਰ ਆਪਾਂ ਕੋਈ ਇੰਡੀਆ ਦੇ ਵਿੱਚ ਪ੍ਰੋਪਰਟੀ ਲੈ ਲਈਏ ਤਾਂ ਸਾਨੂੰ ਇੰਡੀਅਨ ਸਿਟੀਜ਼ਨਸ਼ਿਪ ਮਿਲ ਜਾਏਗੀ। ਇੱਦਾਂ ਹੋ ਸਕਦਾ? ਸੋਚੋ। ਤੇ ਬਾਈ ਨੈਚੁਰਲਾਈਜੇਸ਼ਨ ਕੀ ਆਨਸਰ ਹੋ ਸਕਦਾ ਇਹਦਾ? ਸਾਨੂੰ ਕੀ ਹੈ? ਬਾਈ ਬਰਥ ਵੀ ਮਿਲ ਸਕਦੀ ਹੈ, ਬਾਈ ਡੀਸੈਂਟ, ਬਾਈ ਨੈਚੁਰਲਾਈਜੇਸ਼ਨ। ਬਟ ਪ੍ਰੋਪਰਟੀ ਐਕਵਾਇਰ ਕਰਨ ਨਾਲ ਸਾਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ। ਇਹ ਨਹੀਂ ਹੈ ਕਿ ਅਸੀਂ ਕੈਨੇਡਾ ਤੋਂ ਆਏ ਹਾਂ ਅਤੇ ਇੱਥੇ ਆਪਾਂ ਕੋਈ ਪ੍ਰੋਪਰਟੀ ਲੈ ਲਈ ਹੈ ਅਤੇ ਆਪਾਂ ਹੈਗੇ ਸਾਡੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਅਤੇ ਇੱਥੇ ਆਪਾਂ ਕਹਿ ਦਈਏ ਸਾਡੀ ਜ਼ਮੀਨ ਹੈ ਅਤੇ ਸਾਨੂੰ ਸਿਟੀਜ਼ਨਸ਼ਿਪ ਦੇ ਦਿਓ ਇੰਡੀਆ ਦੀ। ਨਹੀਂ, ਇੱਦਾਂ ਨਹੀਂ ਹੁੰਦਾ। ਸੋ ਇਹਦਾ ਆਨਸਰ ਕੀ ਹੋਏਗਾ? A ਆਪਸ਼ਨ, A, B ਤੇ D। ਕੀ ਆਨਸਰ ਹੋਏਗਾ? A, B ਤੇ D। ਠੀਕ ਹੈ,
ਲੱਗ ਗਈ। ਅੱਜ ਆਪਾਂ ਜ਼ਿਆਦਾਤਰ ਸਾਰੇ ਸਿਟੀਜ਼ਨਸ਼ਿਪ ਦੇ ਕੁਐਸਚਨ ਕਰ ਰਹੇ ਹਾਂ ਤਾਂ ਕਿ ਤੁਹਾਡਾ ਕੋਈ ਸਿਟੀਜ਼ਨਸ਼ਿਪ ਦੇ ਰਿਲੇਟਿਡ ਕੋਈ ਕੁਐਸਚਨ ਨਾ ਰਵੇ। ਇਹ ਕੁਝ ਕੁਐਸਚਨ ਤੁਹਾਡੇ ਪ੍ਰੀਵੀਅਸ 'ਚ ਚੱਕੇ ਗਏ ਨੇ ਤੇ ਕੁਝ ਆਉਣ ਵਾਲੇ 'ਚ ਉਮੀਦ ਹੈਗੀ ਆ ਉਹਨਾਂ ਤੋਂ ਲਿੱਤੇ ਗਏ ਨੇ, ਉਹਨਾਂ ਲਈ ਬਣਾਏ ਗਏ ਨੇ। ਠੀਕ ਹੈ, ਅਗਲਾ ਕੁਐਸਚਨ, which of the following schedule provide the amendment for the formation of new state? ਕਿਹੜਾ ਸ਼ਡਿਊਲ ਕਿ ਅਮੈਂਡਮੈਂਟ ਕਰੋ, ਮਤਲਬ ਕੋਈ ਨਵੀਂ ਸਟੇਟ ਬਣਾਉਣੀ ਹੈ, ਜਿੱਦਾਂ ਆਂਧਰਾ ਪ੍ਰਦੇਸ਼ ਬਣਿਆ, ਤੇਲੰਗਾਨਾ ਬਣਿਆ, ਸੋਰੀ ਆਂਧਰਾ ਪ੍ਰਦੇਸ਼ ਤੋਂ ਨਿਕਲ ਗਏ। ਇਹ ਸਭ ਕਿਹੜੇ ਸ਼ਡਿਊਲ ਵਿੱਚ ਲਿਖਿਆ ਗਿਆ ਕਿ ਆਪਾਂ ਹਾਂਜੀ ਇੱਕ ਸਟੇਟ ਤੋਂ ਕੁਝ ਆਪਾਂ ਸਟੇਟ ਕੱਢ ਸਕਦੇ ਹਾਂ? ਕਿਹੜੇ ਸ਼ਡਿਊਲ 'ਚ ਲਿਖਿਆ ਗਿਆ? ਫਸਟ ਸ਼ਡਿਊਲ ਵਿੱਚ। ਕਿਹੜੇ ਸ਼ਡਿਊਲ 'ਚ ਲਿਖਿਆ ਗਿਆ? ਫਸਟ ਸ਼ਡਿਊਲ ਵਿੱਚ। ਠੀਕ ਹੈ, ਰਿਸਪੈਕਟ ਆਫ ਦ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ ਇਜ਼, ਮਤਲਬ ਜਿਹੜਾ ਆਪਾਂ ਰਿਸਪੈਕਟ ਕਰਦੇ ਹਾਂ ਨੈਸ਼ਨਲ ਫਲੈਗ ਤੇ ਨੈਸ਼ਨਲ ਐਂਥਮ ਦੀ, ਉਹ ਫੰਡਾਮੈਂਟਲ ਰਾਈਟ ਦੇ ਅੰਦਰ ਲਿਖਿਆ ਗਿਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਿੱਚ ਲਿਖਿਆ ਗਿਆ ਕਿ ਫੰਡਾਮੈਂਟਲ ਡਿਊਟੀਜ਼ ਕਿ ਕਿਸੇ ਵਿੱਚ ਵੀ ਨਹੀਂ ਲਿਖਿਆ ਗਿਆ? ਇਹਦਾ ਕੀ ਆਨਸਰ ਹੋ ਸਕਦਾ? ਕੀ ਆਨਸਰ ਹੋ ਸਕਦਾ ਇਹਦਾ? ਸੋਚੋ ਕਿ ਸਾਨੂੰ ਆਪਣੇ ਨੈਸ਼ਨਲ ਫਲੈਗ ਤੇ ਨੈਸ਼ਨਲ ਐਂਥਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਹ ਕਿਹਦੇ ਅੰਦਰ ਕਿਹਦੇ ਲਿਖਿਆ ਗਿਆ? ਇਹ ਲਿਖਿਆ ਗਿਆ ਫੰਡਾਮੈਂਟਲ ਡਿਊਟੀ ਦੇ ਅੰਡਰ। ਠੀਕ ਹੈ, ਕੱਲ੍ਹ ਮੈਂ ਇੱਦਾਂ ਕਰਾਂਗੀ, ਤੁਹਾਨੂੰ ਫੰਡਾਮੈਂਟਲ ਡਿਊਟੀਜ਼ ਦੀ ਲਿਸਟ ਦੇ ਦਾਂਗੀ। ਠੀਕ ਹੈ, ਇੱਕ ਤੁਸੀਂ ਦੱਸਣੇ ਫੰਡਾਮੈਂਟਲ ਡਿਊਟੀ ਦਾ ਪਾਰਟ ਕੀ ਹੈ, ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ, ਅਤੇ ਉਹਦਾ ਆਰਟੀਕਲ ਕਿਹੜਾ ਵਾ ਫੰਡਾਮੈਂਟਲ ਡਿਊਟੀ ਦਾ, ਅਤੇ ਕਿਹੜੀ ਅਮੈਂਡਮੈਂਟ ਨਾਲ ਉਹਨੂੰ ਐਡ ਕੀਤਾ ਗਿਆ ਸੀ। ਇਹ 3 ਕੁਐਸਚਨਸ ਦੇ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖਣੇ ਨੇ। ਠੀਕ ਹੈ, ਇਹ ਤੁਹਾਨੂੰ ਤਿੰਨੋਂ ਕਰਵਾ ਦਿੱਤੇ ਗਏ ਨੇ ਪਿਛਲੀ ਸੀਰੀਜ਼ ਵਿੱਚ। ਜਿਨ੍ਹਾਂ ਨੇ ਪਿਛਲੀ ਸੀਰੀਜ਼ ਨਹੀਂ ਦੇਖੀ ਉਹ ਵੀ ਪਿਛਲੀ ਸੀਰੀਜ਼ ਜਾ ਕੇ ਜ਼ਰੂਰ ਦੇਖੋ। ਠੀਕ ਹੈ, ਕਿਹਦੇ ਵਿੱਚ ਕੀਤੇ ਗਏ ਨੇ? ਫੰਡਾਮੈਂਟਲ ਡਿਊਟੀਜ਼ ਵਿੱਚ ਇਹਨਾਂ ਨੂੰ ਐਡ ਕੀਤਾ ਗਿਆ ਕਿ ਸਾਨੂੰ ਆਪਣੇ ਨੈਸ਼ਨਲ ਫਲੈਗ ਤੇ ਨੈਸ਼ਨਲ ਐਂਥਮ ਦੀ ਕੀ ਹੈ? ਰਿਸਪੈਕਟ ਕਰਨੀ ਚਾਹੀਦੀ ਹੈ। ਠੀਕ ਹੈ, ਅਗਲਾ ਕੁਐਸਚਨ, ਵੈਨ ਅ ਪਰਸਨ ਲੋਸਟ ਹਿਜ਼ ਸਿਟੀਜ਼ਨਸ਼ਿਪ ਇਨ ਇੰਡੀਆ, ਮਤਲਬ ਕੀ ਹੈ? ਅਗਰ ਇੰਡੀਆ ਦੇ ਵਿੱਚ ਪਰਸਨ ਆਪਣੀ ਸਿਟੀਜ਼ਨਸ਼ਿਪ ਲੋਸਟ ਕਿਵੇਂ ਕਰ ਸਕਦਾ ਹੈ? ਉਹਦਾ ਕੀ ਕਾਰਨ ਹੋ ਸਕਦਾ ਹੈ ਸਿਟੀਜ਼ਨਸ਼ਿਪ ਲੋਸ ਕਰਨ ਦਾ? ਇਹਦਾ ਕੀ ਹੈ? ਆਲ ਆਫ ਦ ਅਬਵ। ਜਦ ਤਾਂ ਉਹ ਫੋਰਨ ਸਿਟੀਜ਼ਨਸ਼ਿਪ ਕਰਨ ਜੇ ਤੇ ਮਤਲਬ ਉਹਨੂੰ ਹੁਣ ਇੰਡੀਅਨ ਨਹੀਂ ਕਰ ਸਕਦਾ ਨਾ, ਕਿਉਂ? ਕਿਉਂਕਿ ਇੰਡੀਆ ਦੀ ਕੀ ਪੋਲਿਸੀ ਹੈ, ਕਿਹੜੀ ਸਿਟੀਜ਼ਨਸ਼ਿਪ ਦਿੰਦੇ? ਸਿੰਗਲ। ਜਦੋਂ ਉਹਨੇ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਕਰਤੀ ਤਾਂ ਇੰਡੀਆ ਦੇ ਸਕਦਾ ਆਪਣੀ? ਨਹੀਂ। ਜਾਂ ਉਹ ਆਪਣੇ ਆਪ ਹੀ ਛੱਡ ਦੇਵੇ ਕਿ ਮੈਨੂੰ ਸਿਟੀਜ਼ਨਸ਼ਿਪ ਨਹੀਂ ਚਾਹੀਦੀ, ਜਾਂ ਗਵਰਨਮੈਂਟ ਡਿਪਰਾਈਵ ਕਰ ਦੇ ਸਿਟੀਜ਼ਨਸ਼ਿਪ ਫॉर ਸਮ ਰੀਜ਼ਨ, ਮਤਲਬ ਗਵਰਨਮੈਂਟ ਕਹਿ ਦੇ ਇਹ ਸਾਡੀ ਕੰਟਰੀ ਦਾ ਬੰਦਾ ਨਹੀਂ ਹੈ। ਕੀ ਰੀਜ਼ਨ ਹੋ ਸਕਦਾ ਹੈ? ਇਹਦੇ ਕੀ ਹੈ? ਸਾਰੇ ਰੀਜ਼ਨ ਨੇ। ਕੀ ਨੇ? ਸਾਰੇ ਰੀਜ਼ਨ ਨੇ, ਆਲ ਆਫ ਦੀ ਅਬਵ। ਦ ਪਾਵਰ ਟੂ ਰੈਗੂਲੇਟ ਦ ਰਾਈਟ ਆਫ ਸਿਟੀਜ਼ਨਸ਼ਿਪ ਇਨ ਇੰਡੀਆ, ਮਤਲਬ ਕਿ ਜਿਹੜੀ ਸਿਟੀਜ਼ਨਸ਼ਿਪ ਹੈ ਇੰਡੀਆ ਦੇ ਵਿੱਚ, ਉਹ ਪਾਵਰ ਕਿਹਦੇ ਹੱਥ ਵਿੱਚ ਹੈ? ਜਿਹੜੀ ਆਪਾਂ ਪਿੱਛੇ ਕੀਤੀਆਂ ਨੇ, ਸਿਟੀਜ਼ਨਸ਼ਿਪ ਕਿਵੇਂ ਮਿਲਦੀ ਆ, ਬੰਦਾ ਕਿਵੇਂ ਛੱਡਦਾ ਸਿਟੀਜ਼ਨਸ਼ਿਪ ਨੂੰ, ਇਹ ਸਭ ਕਿਹਦੇ ਹੱਥ ਵਿੱਚ ਹੈ ਪਾਵਰ? ਇਹ ਪਾਰਲੀਮੈਂਟ ਦੇ ਹੱਥ ਵਿੱਚ ਹੈ। ਕਿਹਦੇ ਹੱਥ ਵਿੱਚ ਹੈ ਪਾਵਰ? ਪਾਰਲੀਮੈਂਟ ਦੇ ਹੱਥ ਵਿੱਚ। ਪਾਰਲੀਮੈਂਟ ਕੰਸਿਸਟ ਆਫ, ਪਾਰਲੀਮੈਂਟ ਕਿਹਦੀ ਕਿਹਦੀ ਬਣੀ ਹੁੰਦੀ ਹੈ? ਇਹ ਪੇਪਰ 'ਚ ਆਇਆ ਹੋਇਆ, ਇਹ ਕੋਆਪਰੇਟਿਵ ਦੇ ਪੇਪਰ 'ਚ ਵੀ ਕੁਐਸਚਨ ਆਇਆ ਸੀਗਾ। ਇਹ ਕੁਐਸਚਨ ਬਹੁਤ ਪੇਪਰਾਂ 'ਚ ਆਉਂਦਾ ਹੈ। ਕਿਉਂ? ਕਿਉਂਕਿ ਇਹਦੇ 'ਚ ਬੱਚੇ ਕਨਫਿਊਜ਼ ਹੁੰਦੇ ਨੇ। ਸੋਚੋ ਕੀ ਆਨਸਰ ਹੋ ਸਕਦਾ ਹੈ? ਬਹੁਤ ਬੱਚੇ ਕਹਿਣਗੇ ਲੋਕ ਸਭਾ ਰਾਜ ਸਭਾ, ਪਰ ਇਹ ਆਨਸਰ ਕੀ ਹੈ? ਗਲਤ। ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ, ਇਹ ਆਨਸਰ ਠੀਕ ਹੈ। ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ। ਪਾਰਲੀਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਵੀ ਆਉਂਦਾ ਹੈ, ਚਾਹੇ ਉਹ ਮੈਂਬਰ ਨਹੀਂ ਹੁੰਦਾ ਦੋਨੋਂ ਹਾਊਸਿਸ ਦਾ, ਬਟ ਪ੍ਰੈਜ਼ੀਡੈਂਟ ਵੀ ਆਉਂਦਾ ਹੈ। ਅਤੇ ਪ੍ਰੈਜ਼ੀਡੈਂਟ ਨੂੰ ਆਪਾਂ ਕੀ ਕਹਿੰਦੇ ਹਾਂ? ਕਿਹਦਾ ਹੈੱਡ ਕਹਿੰਦੇ ਆ? ਹੈੱਡ ਆਫ ਇੰਡੀਅਨ ਸਟੇਟ ਤੇ ਫਸਟ ਸਿਟੀਜ਼ਨ ਆਫ ਇੰਡੀਆ। ਠੀਕ ਹੈ, ਪਿਛਲਾ ਵੀ ਨਾਲ ਰਿਵਾਈਜ਼, ਮੈਂ ਹਰ ਵੀਡੀਓ 'ਚ ਤੁਹਾਨੂੰ ਕੁਛ ਨਾ ਕੁਛ ਪਿਛਲਾ ਰਿਵਾਈਜ਼ ਕਰਵਾਉਂਦੀ ਰਹਿੰਦੀ ਹਾਂ, ਸੋ ਉਹਨੂੰ ਧਿਆਨ 'ਚ ਰੱਖਿਆ ਕਰੋ ਕਿਉਂਕਿ ਉਹ ਇੰਪੋਰਟੈਂਟ ਹੁੰਦਾ ਵਾ ਰਿਵਾਈਜ਼ ਕਰਨਾ। ਤਾਂ ਹੀ ਆਪਾਂ ਇੰਟਰਲਿੰਕ ਕਰਾਂਗੇ। ਮੈਂ ਪਹਿਲੇ ਵੀ ਕਿਹਾ ਸੀ ਪੋਲਿਟੀ ਨੂੰ ਇੰਟਰਲਿੰਕ ਕਰਕੇ ਕਰੋਗੇ ਤਾਂ ਪੋਲਿਟੀ ਰੱਟਾ ਨਹੀਂ ਮਾਰਨੀ ਪਏਗੀ। ਰੱਟਾ ਮਾਰ ਕੇ ਨਹੀਂ ਹੋਣਾ ਪੇਪਰ, ਯਾਦ ਨਹੀਂ ਕਰਨਾ ਆਪਾਂ, ਰੱਟਾ ਨਹੀਂ ਮਾਰਨਾ ਆਪਾਂ, ਕਨਸੈਪਟ ਬਣਾਉਣੇ ਨੇ। ਜੀਕੇ ਕਨਸੈਪਟ ਨਾਲ ਹੋਏ, ਜੀਕੇ ਇਕੱਲੀ ਪੋਲਿਟੀ ਨਹੀਂ, ਹਿਸਟਰੀ ਵੀ ਆਉਣੀ ਆ ਉਹਦੇ ਵਿੱਚ, ਸਾਇੰਸ ਵੀ ਆਉਣੀ ਹੈ, ਇਕਨੋਮਿਕਸ ਵੀ ਆਉਣੀ ਹੈ, ਕਦੀ ਇਨਵਾਇਰਮੈਂਟ ਵੀ ਆਉਂਦੀ ਹੈ। ਠੀਕ ਹੈ, ਚਲੋ ਅਗਲਾ ਕੁਐਸਚਨ ਕਰਦੇ ਹਾਂ। ਸੌਰੀ, ਇੱਕ ਮਿੰਟ। ਚਲੋ, ਬਾਈ ਦ ਪ੍ਰੋਸੈਸ ਆਫ ਨੈਚੁਰਲਾਈਜੇਸ਼ਨ ਵਿਚ ਵਨ ਅਮੰਗ ਦ ਫੋਲੋਇੰਗ ਕੈਨ ਐਕਵਾਇਰ ਦ ਸਿਟੀਜ਼ਨਸ਼ਿਪ ਆਫ ਇੰਡੀਆ। ਇੱਕ ਪ੍ਰੋਸੈਸ ਹੁੰਦਾ ਨੈਚੁਰਲਾਈਜੇਸ਼ਨ ਦਾ, ਆਪਾਂ ਕਿੱਦਾਂ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਸਕਦੇ ਹਾਂ। ਠੀਕ ਹੈ, ਇਹਦਾ ਕੀ ਆਨਸਰ ਹੈ? ਆਲ ਆਫ ਦੀ ਅਬਵ। ਮਤਲਬ ਬਾਈ ਫੋਰਨਰ, ਨੋਨ ਰੈਜ਼ੀਡੈਂਟ ਇੰਡੀਆ, ਓਵਰਸੀ ਇੰਡੀਅਨ। ਇੱਕ ਨੈਚੁਰਲਾਈਜੇਸ਼ਨ ਦਾ ਪ੍ਰੋਸੈਸ ਹੁੰਦਾ ਹੈ
ਉਹਦੇ ਥਰੂ। ਅਗਲਾ ਕੁਐਸਚਨ, ਵਿਚ ਵਨ ਆਫ ਦ ਫੋਲੋਇੰਗ ਇਜ਼ ਅ ਕੌਜ਼ ਫॉर ਲੂਜ਼ਿੰਗ ਵਨ ਸਿਟੀਜ਼ਨਸ਼ਿਪ ਇਨ ਇੰਡੀਆ। ਐ ਮੈਂ ਥੋੜ੍ਹਾ ਤੁਹਾਨੂੰ ਪਹਿਲੇ ਵੀ ਕਰਾਇਆ ਨਾ ਕਿ ਸਿਟੀਜ਼ਨਸ਼ਿਪ ਇੰਡੀਆ ਦੀ ਕਿਵੇਂ ਆਪਾਂ ਲੋਸ ਕਰ ਸਕਦੇ ਹਾਂ। ਜਾਂ ਤਾਂ ਆਪਾਂ ਫੋਰਨ ਦੀ ਕਰ ਲਈਏ ਸਿਟੀਜ਼ਨਸ਼ਿਪ, ਉੱਥੇ 3 ਆਪਸ਼ਨ ਕਰਾਏ ਸੀਗੇ, ਠੀਕ ਹੈ, ਜੇ ਗਵਰਨਮੈਂਟ ਕਿਸੇ ਰੀਜ਼ਨ ਤੋਂ ਕਰ ਦਿੰਦੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ, ਜਦ ਤਾਂ ਕੋਈ ਆਪਣੇ ਆਪ ਆਪਣੀ ਸਿਟੀਜ਼ਨਸ਼ਿਪ ਨੂੰ ਛੱਡਦੇ, ਐਪ ਅਪੋਇੰਟ ਉਹਦਾ ਵੀ ਕੀਤਾ ਹੋਇਆ, ਬੀ ਆਪਸ਼ਨ ਸੀਗਾ ਉਹਦਾ। ਗਵਰਨਮੈਂਟ ਆਫ ਇੰਡੀਆ ਉਹਦੀ ਸਿਟੀਜ਼ਨਸ਼ਿਪ ਲੈ ਲੇ, ਵਨ ਅਸੈਪਟ ਸਿਟੀਜ਼ਨਸ਼ਿਪ। ਇਹ ਸੇਮ ਕੁਐਸਚਨ ਹੈ, ਦੇਖਿਆ, ਇਹ ਪ੍ਰੀਵੀਅਸ ਈਅਰ ਪੇਪਰ ਦੇ ਕੁਐਸਚਨ ਸੀਗੇ ਦੋਨੋਂ। ਕੁਐਸਚਨ ਕੀ ਹੈ, ਸੇਮ ਹੈ, ਤਰੀਕਾ ਪਾਉਣ ਦਾ ਕੀ ਹੈ, ਅਲੱਗ ਹੈ। ਗੱਲ ਇੱਕੋ ਹੀ ਲਿਖੀ ਹੋਈ ਆ। ਇਹ ਮੈਂ ਤਾਂ ਹੀ ਪਾਇਆ ਸੀ ਤਾਂ ਕਿ ਤੁਹਾਨੂੰ ਇੰਟਰਲਿੰਕ ਹੋਵੇ ਕਿ ਪ੍ਰੀਵੀਅਸ ਈਅਰ ਵਿੱਚ ਐਵੇਂ ਕੁਐਸਚਨਸ ਆਉਂਦੇ ਨੇ, ਠੀਕ ਹੈ। ਅਗਰ ਆਪਾਂ ਇਹ ਰੱਟਾ ਮਾਰ ਲੈਂਦੇ ਹੋ ਸੇਮ ਲਾਈਨਾਂ ਨੂੰ ਤੇ ਆਪਣੇ ਕੋਲ ਆਂਸਰ ਹੋਣਾ ਹੀ ਨਹੀਂ ਸੀਗਾ। ਰੱਟਾ ਨਹੀਂ ਮਾਰਨਾ। To protect the monument, places and objects of artistic or historic interest is a provision made in। ਕਿਹਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਹੈ ਕਿ ਸਾਨੂੰ ਮੋਨੂਮੈਂਟਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ ਔਰ ਪਲੇਸਿਸ ਨੂੰ। ਇਹ ਕੀਤੀ ਗਈ ਹੈ DPSP 'ਚ। ਕਿਹਦੇ ਵਿੱਚ ਕੀਤੀ ਗਈ ਹੈ? DPSP ਆਰਟੀਕਲ 46 ਦੇ ਅੰਡਰ ਇਹ ਲਿਖਿਆ ਗਿਆ। DPSPs ਦਾ ਪਾਰਟ ਦੱਸਣਾ ਮੈਨੂੰ, ਤੇ ਕਿਹੜੇ ਆਰਟੀਕਲ ਤੋਂ ਲੈ ਕੇ ਕਿੱਥੇ ਤੱਕ DPSPs ਹੁੰਦੇ ਨੇ ਆਪਣੇ, ਤੇ ਕਿਹੜੀ ਕੰਟਰੀ ਤੋਂ ਬੋਰੋ ਕੀਤੇ ਗਏ ਨੇ। ਫੰਡਾਮੈਂਟਲ ਡਿਊਟੀਜ਼ ਵੀ ਕਿਹੜੀ ਕੰਟਰੀ ਤੋਂ ਬੋਰੋ ਕੀਤੀਆਂ ਹੋਈਆਂ ਇਹ ਵੀ ਦੱਸਣਾ ਹੈ। 4th ਕੁਐਸਚਨ ਫੰਡਾਮੈਂਟਲ ਡਿਊਟੀ ਦੇ ਰਿਲੇਟਿਡ, ਠੀਕ ਹੈ। ਸੌਰੀ, ਆਰਟੀਕਲ 49 ਦੇ ਅੰਡਰ ਲਿਖੀ ਗਈ ਹੈ ਇਹ ਚੀਜ਼। ਕਿਹਦੇ ਅੰਡਰ ਲਿਖੀ ਗਈ ਹੈ? 49 ਦੇ ਅੰਦਰ, ਠੀਕ ਹੈ। ਇੱਕ ਮੈਂ ਤੁਹਾਨੂੰ ਫੰਡਾਮੈਂਟਲ ਡਿਊਟੀਜ਼ ਨੈਕਸਟ ਲੈਕਚਰ ਵਿੱਚ ਲਿਖ ਦਾਂਗੀ। ਉਸ ਤੋਂ ਨੈਕਸਟ ਲੈਕਚਰ 'ਚ ਤੁਹਾਨੂੰ ਸਾਰੇ DPSPs ਦੀ ਇੱਕ ਸਲਾਈਡ ਬਣਾ ਦੇਵਾਂਗੇ। ਉਸ ਤੋਂ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਨੂੰ ਡਿਸਕਸ ਕਰਨਾ ਵੀ ਸ਼ੁਰੂ ਕਰਾਂਗੇ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਲਾਸਟ ਪ੍ਰੀਵੀਅਸ ਵੀਡੀਓ ਵਿੱਚ 44th ਤੇ 42 ਅਮੈਂਡਮੈਂਟ ਕਰਵਾਈਆਂ ਸੀਗੀਆਂ ਪੂਰੀ ਡਿਟੇਲ ਵਿੱਚ, ਉੱਦਾਂ ਹੀ ਆਪਾਂ ਰੋਜ਼ ਇੱਕ ਇੱਕ ਟੌਪਿਕ ਨੂੰ ਕਰਾਂਗੇ, ਠੀਕ ਹੈ। ਨੈਕਸਟ, ਦ ਸੈਕਿੰਡ ਸ਼ਡਿਊਲ ਆਫ ਦ ਕੌਨਸਟੀਟਿਊਸ਼ਨ ਡੀਲਸ ਵਿਦ ਦ। ਸੈਕਿੰਡ ਸ਼ਡਿਊਲ ਕਿਹਦੇ ਨਾਲ ਡੀਲ ਕਰਦਾ? ਸੈਕਿੰਡ ਸ਼ਡਿਊਲ ਡੀਲ ਕਰਦਾ ਚੇਅਰਮੈਨ ਐਂਡ ਡੈਪਟੀ ਚੇਅਰਮੈਨ ਆਫ ਸਟੇਟ ਲੈਜਿਸਲੇਟਿਵ ਕਾਊਂਸਿਲ, ਹਾਈ ਕੋਰਟ ਦੇ ਜੱਜਿਸ ਤੇ ਕੈਗ ਦੇ ਨਾਲ, ਠੀਕ ਹੈ। ਮਤਲਬ ਇਹਦਾ ਆਂਸਰ ਕੀ ਹੋਏਗਾ? A, C ਤੇ D। ਕੀ ਆਂਸਰ ਹੈ? A, C ਤੇ D। ਸੈਕਿੰਡ ਸ਼ਡਿਊਲ ਕੀ ਕਹਿੰਦਾ ਆਪਾਂ ਨੂੰ? ਸੈਕਿੰਡ ਸ਼ਡਿਊਲ ਕਹਿੰਦਾ ਹੈ ਕਿ ਜਿਹੜਾ ਆਪਣਾ ਸੈਕਿੰਡ ਸ਼ਡਿਊਲ ਦੇ ਵਿੱਚ ਇਨਰੋਲਮੈਂਟਸ ਦਿੰਦੇ ਨੇ, ਮਤਲਬ ਸੈਲਰੀਜ਼ ਦਿੰਦੇ ਨੇ। ਕਿਹਦੀ ਸੈਲਰੀਜ਼ ਬਾਰੇ ਲਿਖਿਆ ਹੋਇਆ? ਪ੍ਰੈਜ਼ੀਡੈਂਟ ਤੇ ਗਵਰਨਰ ਦੀ, ਠੀਕ ਹੈ। ਸਪੀਕਰ ਤੇ ਡੈਪਟੀ ਸਪੀਕਰ ਆਫ ਲੋਕ ਸਭਾ ਲੈਜਿਸਲੇਟਿਵ, ਚੇਅਰਮੈਨ ਐਂਡ ਡੈਪਟੀ ਚੇਅਰਮੈਨ ਆਫ ਰਾਜ ਸਭਾ ਐਂਡ ਲੈਜਿਸਲੇਟਿਵ ਕਾਊਂਸਿਲਸ, judges of Supreme Court and High Court and the CAG Comptroller and Auditor General। ਇਹਨੂੰ ਕੀ ਕਹਿੰਦੇ? CAG। ਇਹ ਵੀ ਬਹੁਤ ਇੰਪੋਰਟੈਂਟ ਹੈ CAG। ਤੁਹਾਨੂੰ ਅਗਲੀ ਆਉਣ ਵਾਲੀ ਵੀਡੀਓਜ਼ ਵਿੱਚ CAG ਦੇ ਬਹੁਤ ਕੁਐਸਚਨਸ ਮਿਲਣਗੇ, ਠੀਕ ਹੈ। ਹੁਣ ਇੱਕ ਮੇਰੀ ਗੱਲ ਸੁਣੋ ਧਿਆਨ ਨਾਲ। ਆਪਾਂ ਫਸਟ ਸ਼ਡਿਊਲ ਵੀ ਕਰ ਲਿਆ, ਸੈਕਿੰਡ ਸ਼ਡਿਊਲ ਵੀ ਕਰ ਲਿਆ। ਪਹਿਲੇ ਮੈਂ ਤੁਹਾਨੂੰ ਸ਼ਡਿਊਲਸ ਕਰਵਾਏ ਨੇ, ਕਿਹੜੇ? 8th 11th। ਅਤੇ ਆਪਣੇ ਟੋਟਲ ਸ਼ਡਿਊਲ ਕਿੰਨੇ ਨੇ ਤੁਸੀਂ ਮੈਨੂੰ ਇਹ ਦੱਸਣਾ ਕਮੈਂਟ ਬਾਕਸ ਵਿੱਚ, ਤਾਂ ਕਿ ਆਪਾਂ ਅਗਲੇ ਵੀ ਰਿਵਾਈਜ਼ ਕਰ ਸਕੀਏ। ਇੱਕ ਦਿਨ ਮੈਂ ਤੁਹਾਨੂੰ ਸਾਰੇ ਸ਼ਡਿਊਲਸ ਡਿਟੇਲ ਵਿੱਚ ਕਰਵਾ ਦਾਂਗੀ। ਉਸ ਤੋਂ ਬਾਅਦ ਉਹਨਾਂ ਦੇ ਸਾਰਿਆਂ ਦੇ ਰਿਲੇਟਿਡ ਕੁਐਸਚਨਸ, ਚਾਹੇ ਥੋੜ੍ਹੇ ਤੁਹਾਡੇ ਰਿਪੀਟ ਵੀ ਹੋ ਸਕਦੇ ਨੇ ਦੁਬਾਰਾ ਕੁਐਸਚਨਸ, ਉਹ ਕਰਵਾ ਦਾਂਗੇ। ਜੇ ਤੁਸੀਂ ਐਵੇਂ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਦੇਣਾ, ਮੈਂ ਤੁਹਾਨੂੰ ਕਰਵਾ ਦਾਂਗੀ। Liberty of faith and worship as one of the objectives of the Indian Constitution has been provided in। Liberty of faith ਐਂਡ ਵਰਸ਼ਿਪ ਕਿਹਦੇ ਵਿੱਚ ਦੱਸੀ ਗਈ ਹੈ? ਪ੍ਰੀਐਂਬਲ ਤੇ ਫੰਡਾਮੈਂਟਲ ਰਾਈਟ ਦੋਨਾਂ ਵਿੱਚ ਦੱਸੀ ਗਈ ਹੈ, ਠੀਕ ਹੈ। ਅਗਲਾ ਕੁਐਸਚਨ, ਵਿਚ ਵਨ ਆਫ ਦ ਫੋਲੋਇੰਗ ਮੈਟਰ ਬਿਲੋਂਗ ਟੂ ਦ ਕੌਨਕਰੈਂਟ ਲਿਸਟ ਆਫ 7th ਸ਼ਡਿਊਲ ਆਫ ਦ ਇੰਡੀਅਨ ਕੌਨਸਟੀਟਿਊਸ਼ਨ। ਹਾਂਜੀ, ਅਸੀਂ 7th ਵੀ ਕਰ ਚੁੱਕੇ ਹੋਏ ਹਾਂ। 7th ਸ਼ਡਿਊਲ ਤੁਸੀਂ ਮੈਨੂੰ ਸਾਰਿਆਂ ਨੇ ਕਮੈਂਟ ਬਾਕਸ ਦੱਸਣਾ ਕਿੰਨੀ ਲਿਸਟ ਹੁੰਦੀਆਂ ਨੇ, ਕਿੰਨੇ ਮੈਟਰ ਨੇ ਉਹਨਾਂ ਵਿੱਚ। ਇਹਦੇ ਵਿੱਚ ਕੀ ਹੈ? ਕੌਨਕਰੈਂਟ ਲਿਸਟ ਵਿੱਚ ਕਿਹੜਾ ਮੈਟਰ ਹੈ? ਫੋਰੈਸਟ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਮੈਟਰਸ ਇੰਪੋਰਟੈਂਟ ਨੇ, ਆਪਾਂ ਪ੍ਰੀਵੀਅਸ ਈਅਰ ਵਾਲੇ ਕਰਾਂਗੇ। ਇਹ ਪ੍ਰੀਵੀਅਸ ਈਅਰ ਦਾ ਹੀ ਹੈ। ਫੋਰੈਸਟ ਕੀ ਹੈ? ਕੌਨਕਰੈਂਟ ਲਿਸਟ ਵਿਦ ਅ ਮੈਟਰ ਹੈ, ਠੀਕ ਹੈ। ਅੰਡਰ ਦ ਕੌਨਸਟੀਟਿਊਸ਼ਨ ਆਫ ਇੰਡੀਆ ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈ? ਟੂ ਵੋਟ ਇਨ ਅ ਪਬਲਿਕ ਇਲੈਕਸ਼ਨ। ਕਿਹੜੀ ਨਹੀਂ ਹੈ? ਟੂ ਵੋਟ ਇਨ ਅ ਪਬਲਿਕ ਇਲੈਕਸ਼ਨ। Next question, which one of the following is or are among the fundamental duty of citizen laid down in the Indian Constitution? Question समझ लग गया?
ਕਿ ਫੰਡਾਮੈਂਟਲ ਡਿਊਟੀਜ਼ ਵਿੱਚ ਕਿਹੜੀਆਂ ਹੈਗੀਆਂ ਤੇ ਕਿਹੜੀਆਂ ਨਹੀਂ ਹੈਗੀਆਂ। ਫੰਡਾਮੈਂਟਲ ਡਿਊਟੀਜ਼ ਆਪਾਂ ਡਿਟੇਲ 'ਚ ਕਰ ਲੈਣੀਆਂ ਨੇ ਅਗਲੇ ਲੈਕਚਰ ਵਿੱਚ, ਠੀਕ ਹੈ। 1, 3 ਤੇ 4 ਕੀ ਇਹਦਾ ਆਨਸਰ ਹੈ? ਟੂ ਪ੍ਰੀਜ਼ਰਵ ਦ ਰਿਚ ਹੈਰੀਟੇਜ, ਡਿਵੈਲਪ ਦ ਸਾਇੰਟੀਫਿਕ ਟੈਂਪਰ, ਟੂ ਸਟਰਾਈਵ ਟੂਵਰਡਸ ਦ ਐਕਸੀਲੈਂਸੀ ਆਫ ਆਲ ਸਫੇਅਰਸ ਆਫ ਇੰਡੀਵਿਜੂਅਲ। ਹੁਣ ਇਹ ਨਹੀਂ ਹੈ ਕਿ ਆਪਾਂ ਸਾਰੀਆਂ ਯਾਦ ਕਰਨੀਆਂ ਨੇ, ਆਪਾਂ ਯਾਦ ਨਹੀਂ ਕਰਨੀਆਂ, ਆਪਾਂ 3-4 ਵਾਰੀ ਪੜ੍ਹਾਂਗੇ ਨਾ ਸਾਨੂੰ ਆਪਣੇ ਆਪ ਯਾਦ ਹੋ ਜਾਣਗੀਆਂ। ਇਹਦੇ ਬਹੁਤ ਕੁਐਸਚਨ ਆਉਂਦੇ ਨੇ। ਇਹਦਾ ਕੁਐਸਚਨ ਆਪਾਂ ਨੂੰ PPSC ਸੀਨੀਅਰ ਵਿੱਚ ਵੀ ਆਇਆ ਸੀ ਕਿ ਵਿਚ ਅਮੰਗ ਆਫ ਦੈਮ ਇਜ਼ ਨੋਟ ਅ ਫੰਡਾਮੈਂਟਲ ਡਿਊਟੀ। ਪਿੱਛੇ ਵੀ ਕੀਤਾ ਟੂ ਵੋਟ ਇਨ ਅ ਪਬਲਿਕ ਇਲੈਕਸ਼ਨ ਵਾਲਾ, ਵਿਚ ਵਨ ਆਫ ਅਮੰਗ ਦੈਮ ਇਜ਼ ਨੋਟ ਅ ਫੰਡਾਮੈਂਟਲ ਡਿਊਟੀ, ਇਹ ਵੀ ਕੁਐਸਚਨ ਆ ਗਿਆ, ਠੀਕ ਹੈ। ਅਤੇ ਸੀਨੀਅਰ ਅਸਿਸਟੈਂਟ ਜਿਹੜਾ ਆਪਣਾ ਹੁਣ ਰੀਸੈਂਟ ਪੇਪਰ ਹੋਇਆ ਉਹਦੇ 'ਚ ਵੀ ਐਵੇਂ ਕੁਐਸਚਨ ਆਇਆ ਸੀਗਾ, ਠੀਕ ਹੈ। ਇਸ ਲਈ ਮੈਂ ਤੁਹਾਨੂੰ ਫੰਡਾਮੈਂਟਲ ਡਿਊਟੀ ਡਿਟੇਲਸ ਵਿੱਚ ਅਗਲੇ ਲੈਕਚਰ 'ਚ ਕਰਾ ਦੂੰਗੀ। ਨੈਕਸਟ ਕੁਐਸਚਨ, ਦ ਪ੍ਰਾਈਮ ਮਿਨਿਸਟਰ ਇਜ਼ ਅਪੋਇੰਟਿਡ ਬਾਈ ਵਿਚ ਵਨ ਆਫ ਦ ਫੋਲੋਇੰਗ। ਪ੍ਰਾਈਮ ਮਿਨਿਸਟਰ ਨੂੰ ਕੌਣ ਅਪੋਇੰਟ ਕਰਦਾ? ਪ੍ਰੈਜ਼ੀਡੈਂਟ, ਠੀਕ ਹੈ। ਪ੍ਰਾਈਮ ਮਿਨਿਸਟਰ ਨੂੰ ਕੌਣ ਅਪੋਇੰਟ ਕਰਦਾ? ਪ੍ਰੈਜ਼ੀਡੈਂਟ। ਹੂ ਅਮੰਗ ਦ ਫੋਲੋਇੰਗ ਅਪੋਇੰਟਸ ਦ ਚੀਫ ਜਸਟਿਸ ਐਂਡ ਦ ਅਦਰ ਜੱਜਿਸ ਆਫ ਸੁਪਰੀਮ ਕੋਰਟ। ਇਹਨੂੰ ਵੀ ਕੌਣ ਕਰਦਾ? ਦੱਸੋ? ਪ੍ਰੈਜ਼ੀਡੈਂਟ, ਠੀਕ ਹੈ। ਦ ਆਰਡੀਨੈਂਸ ਮੇਕਿੰਗ ਪਾਵਰ ਆਫ ਪ੍ਰੈਜ਼ੀਡੈਂਟ ਇਜ਼ ਮੈਂਸ਼ਨ ਇਨ ਵਿਚ ਆਰਟੀਕਲ। ਕਿਹੜੇ ਆਰਟੀਕਲ ਵਿੱਚ ਹੈ? 123। ਅੱਜ ਆਪਾਂ ਇੱਕੋ ਆਰਟੀਕਲ ਕੀਤਾ ਜੋ ਕਿ ਕੀ ਸੀ? 123, ਠੀਕ ਹੈ। ਆਪਾਂ ਕੋਈ ਫੰਡਾਮੈਂਟਲ ਰਾਈਟ ਅੱਜ ਨਹੀਂ ਡਿਸਕਸ ਕੀਤਾ ਕਿਉਂਕਿ ਆਪਣੇ ਸ਼ਡਿਊਲਸ ਅਤੇ ਸਿਟੀਜ਼ਨਸ਼ਿਪ ਨਾਲ ਰਿਲੇਟਿਡ ਬਹੁਤ ਕੁਐਸਚਨ ਸੀਗੇ। ਆਪਾਂ ਅਗਲੇ ਵਿੱਚ ਫੰਡਾਮੈਂਟਲ ਡਿਊਟੀਜ਼ ਡਿਸਕਸ ਕਰਕੇ ਫਿਰ ਫੰਡਾਮੈਂਟਲ DPSP ਕਰਕੇ ਫਿਰ ਫੰਡਾਮੈਂਟਲ ਰਾਈਟ ਡਿਟੇਲ ਵਿੱਚ ਕਰਾਂਗੇ, ਠੀਕ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਇਹਨਾਂ ਨੂੰ ਲਾਈਕ ਕਰੋ ਜਿੰਨਾ ਜ਼ਿਆਦਾ ਹੋ ਸਕਦਾ, ਸ਼ੇਅਰ ਕਰੋ, ਠੀਕ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ, ਠੀਕ ਹੈ। ਅਤੇ ਕਮੈਂਟ ਬਾਕਸ ਵਿੱਚ ਜ਼ਰੂਰ ਆਨਸਰ ਦਿਆ ਕਰੋ ਤਾਂ ਕਿ ਤੁਹਾਡੀ ਨੌਲੇਜ ਵੀ ਵਧੇ ਅਤੇ ਤੁਹਾਨੂੰ ਪਤਾ ਲੱਗੇ ਤੁਸੀਂ ਸਹੀ ਜਾ ਰਹੇ ਹੋ ਕਿ ਗਲਤ ਜਾ ਰਹੇ ਹੋ ਪੜ੍ਹਾਈ ਕਰਨ ਵਿੱਚ, ਠੀਕ ਹੈ। ਥੈਂਕ ਯੂ।